ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਧਰਮਪਾਲ ਸਿੰਘ ਹਿਸਾਬ ਮਾਸਟਰ ਗਵਰਨਮੈਂਟ ਹਾਈ ਸਕੂਲ ਪਤਾਰਾ। ਵਿਦਿਆਰਥੀਓ, ਅੱਜ ਅਸੀਂ ਕਲਾਸ 10ਵੀਂ ਦਾ 6ਵਾਂ ਅਧਿਆਇ ਦਾ ਤ੍ਰਿਭੁਜਾਂ ਜਿਹੜਾ ਚੈਪਟਰ ਹੈ 6ਵਾਂ ਅਧਿਆਇ ਤ੍ਰਿਭੁਜਾਂ ਜਿਹੜਾ ਹੈਗਾ ਆ ਉਸ ਦੇ ਬਾਰੇ ਚਰਚਾ ਕਰਾਂਗੇ। ਇਸ ਦੇ ਵਿੱਚ ਐਕਸਰਸਾਈਜ਼ 6.3 ਦੇ ਬਾਰੇ ਤੁਸੀਂ ਪਿਛਲੇ ਲੈਕਚਰ ਦੇ ਵਿੱਚ ਬੜੇ ਚੰਗੇ ਤਰੀਕੇ ਨਾਲ ਸਮਝਿਆ ਹੋਵੇਗਾ। ਇਸ ਦੇ ਜਿਹੜੇ ਸਿਧਾਂਤ ਹੈਗੇ ਨੇ 6.3 ਨੂੰ ਹੱਲ ਕਰਨ ਵਾਸਤੇ ਇਹਦੇ ਜਿਹੜੇ ਨਿਯਮ ਹੈਗੇ ਨੇ ਉਹਨਾਂ ਦੇ ਬਾਰੇ ਅਸੀਂ ਚਰਚਾ ਕੀਤੀ ਹੋਵੇਗੀ, ਜਿਵੇਂ ਕਿ ਸਮਰੂਪਤਾ ਦੇ ਨਿਯਮ ਸੀਗੇ। ਆਓ ਵਿਦਿਆਰਥੀਓ, ਅਸੀਂ ਸਮਰੂਪਤਾ ਦੇ ਨਿਯਮਾਂ ਬਾਰੇ ਇੱਕ ਛੋਟੇ ਜਿਹੇ ਟਾਈਮ ਦੇ ਵਿੱਚ ਅਸੀਂ ਇਸ ਦੀ ਜਰਾ ਥੋੜੀ ਜਿਹੀ ਜਾਂਚ ਕਰ ਲਈਏ ਕਿਹੜੇ ਕਿਹੜੇ ਹਨ, ਤੇ ਉਸ ਤੋਂ ਬਾਅਦ ਅਸੀਂ ਐਕਸਰਸਾਈਜ਼ ਸਟਾਰਟ ਕਰਾਂਗੇ। ਪਹਿਲਾ ਨਿਯਮ ਹੈ ਵਿਦਿਆਰਥੀਓ ਏ ਭਾਵ ਕੋਣ ਕੋਣ ਕੋਣ। ਜੇਕਰ ਦੋ ਤ੍ਰਿਭੁਜਾਂ ਦੀਆਂ ਦੇ ਸੰਗਤ ਕੋਣ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ, ਤਿੰਨੋਂ ਸੰਗਤ ਕੋਣ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ, ਤਾਂ ਉਹ ਦੋਵੇਂ ਤ੍ਰਿਭੁਜਾਂ ਸਮਰੂਪ ਹੁੰਦੀਆਂ ਹਨ। ਦੂਸਰਾ ਨਿਯਮ ਵਿਦਿਆਰਥੀਓ ਜੋ ਹੈ ਉਹ ਹੈ ਏ ਭਾਵ ਕੋਣ ਕੋਣ। ਯਾਨੀ ਕਿ ਜੇਕਰ ਦੋ ਤ੍ਰਿਭੁਜਾਂ ਦੇ ਕੋਈ ਦੋ ਸੰਗਤ ਕੋਣ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ ਤਾਂ ਫਿਰ ਵੀ ਜਿਹੜੀ ਹੈਗੀ ਉਹ ਤ੍ਰਿਭੁਜਾਂ ਆਪਸ ਦੇ ਵਿੱਚ ਸਮਰੂਪ ਹੋਣਗੀਆਂ। ਉਹਦਾ ਕਾਰਨ ਇਹ ਸੀ ਵਿਦਿਆਰਥੀਓ ਕਿ ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ? 180 ਡਿਗਰੀ। ਜੇਕਰ ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੈ, ਦੋ ਕੋਣ ਬਰਾਬਰ ਹੋ ਗਏ ਹਨ ਤੇ ਤੀਸਰਾ ਕੋਣ ਆਪਣੇ ਆਪ ਹੀ ਬਰਾਬਰ ਹੋਏਗਾ। ਠੀਕ ਹੈ ਜੀ, ਉਸ ਨੂੰ ਸਾਨੂੰ ਸਿੱਧ ਕਰਨ ਦੀ ਲੋੜ ਨਹੀਂ ਪਏਗੀ। ਤੀਸਰੀ ਚੀਜ਼ ਹੈ ਵਿਦਿਆਰਥੀਓ ਸਾਈਡ 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 ਭਾਵ ਭੁਜਾ ਭੁਜਾ ਭੁਜਾ। ਭੁਜਾ 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 ਤੋਂ ਭਾਵ ਇਹ ਹੈ ਜੇਕਰ ਦੋ ਤ੍ਰਿਭੁਜਾਂ ਦੀਆਂ ਸੰਗਤ ਭੁਜਾਵਾਂ ਦਾ ਅਨੁਪਾਤ ਜਿਹੜਾ ਹੈ ਉਹ ਆਪਸ ਦੇ ਵਿੱਚ ਬਰਾਬਰ ਹੋਵੇ ਤਾਂ ਉਹ ਦੋਵੇਂ ਤ੍ਰਿਭੁਜਾਂ ਆਪਸ ਦੇ ਵਿੱਚ ਸਮਰੂਪ ਹੋਣਗੀਆਂ। ਤੇ ਚੌਥੀ ਚੀਜ਼ ਹੈ ਵਿਦਿਆਰਥੀਓ SAS ਭਾਵ ਭੁਜਾ ਕੋਣ ਭੁਜਾ। ਭੁਜਾ ਕੋਣ ਭੁਜਾ ਤੋਂ ਭਾਵ ਹੈ ਵਿਦਿਆਰਥੀਓ ਜੇਕਰ ਦੋ ਤ੍ਰਿਭੁਜਾਂ ਦੀਆਂ ਦੋ ਸੰਗਤ ਭੁਜਾਵਾਂ ਦਾ ਅਨੁਪਾਤ ਆਪਸ ਦੇ ਵਿੱਚ ਬਰਾਬਰ ਹੁੰਦਾ ਹੈ ਤੇ ਉਹਨਾਂ ਦੋਨਾਂ ਸੰਗਤ ਭੁਜਾਵਾਂ ਦੇ ਵਿਚਾਲੇ ਵਾਲਾ ਕੋਣ ਵੀ ਆਪਸ ਦੇ ਵਿੱਚ ਬਰਾਬਰ ਹੁੰਦਾ ਹੈ। ਦੇਖੋ, ਦੋ ਸੰਗਤ ਭੁਜਾਵਾਂ ਦਾ ਅਨੁਪਾਤ ਬਰਾਬਰ ਹੋਣਾ ਚਾਹੀਦਾ ਹੈ ਤੇ ਉਹਨਾਂ ਦੋ ਭੁਜਾਵਾਂ ਦੇ ਵਿਚਕਾਲੇ ਵਾਲਾ ਕੋਣ ਜਿਹੜਾ ਹੈਗਾ ਉਹ ਵੀ ਆਪਸ ਵਿੱਚ ਬਰਾਬਰ ਹੋਣਾ ਚਾਹੀਦਾ ਹੈ। ਤਾਂ ਫਿਰ ਆਪਾਂ ਉਹਨੂੰ ਕੀ ਕਵਾਂਗੇ? ਦੋਨਾਂ ਤ੍ਰਿਭੁਜਾਂ ਨੂੰ ਉਹ ਦੋਵੇਂ ਤ੍ਰਿਭੁਜਾਂ ਕੀ ਹੋਣਗੀਆਂ? ਸਮਰੂਪ ਹੋਣਗੀਆਂ। ਤੇ ਆਓ ਵਿਦਿਆਰਥੀਓ ਅਸੀਂ ਐਕਸਰਸਾਈਜ਼ 6.3 ਜਿਹੜੀ ਹੈਗੀ ਆ ਉਹ ਸਟਾਰਟ ਕਰਦੇ ਹਾਂ। 6.3 ਐਕਸਰਸਾਈਜ਼ ਦੇ ਵਿੱਚ ਜਿਹੜਾ ਪਹਿਲਾ ਸਵਾਲ ਹੈ, ਪਹਿਲੇ ਸਵਾਲ ਨੂੰ ਲਿਖਦੇ ਹਾਂ ਅਸੀਂ। ਫਸਟ ਸਮ ਹੈ ਹੇਠਾਂ ਕਿਹੜੇ ਕਿਹੜੇ ਜੋੜੇ ਸਮਰੂਪ ਹਨ? ਸਮਰੂਪ ਹਨ। ਦੇਖੋ, ਹੇਠਾਂ ਕਿਹੜੇ ਕਿਹੜੇ ਜੋੜੇ ਸਮਰੂਪ ਹਨ, ਮਤਲਬ ਤ੍ਰਿਭੁਜਾਂ ਦੇ ਕਿਹੜੇ ਕਿਹੜੇ ਜੋੜੇ ਸਮਰੂਪ ਹਨ। ਪਹਿਲਾ ਜੋੜਾ ਹੈ ਤ੍ਰਿਭੁਜਾਂ ਦਾ ਜੀ, ਆਪ ਪਹਿਲੀ ਮੈਂ ਤ੍ਰਿਭੁਜ ਇੱਥੇ ਬਣਾ ਦਿੰਦਾ ਜੀ, ਦੂਸਰੀ ਤ੍ਰਿਭੁਜ ਆਪਾਂ ਇੱਥੇ ਬਣਾ ਦਿੰਦੇ ਆ, ਦੋ ਜੋੜੇ। ਠੀਕ ਹੈ ਜੀ, ਤੇ ਬਾਕੀ ਦੇ ਜਿਹੜੇ ਹੋਣਗੇ ਮੈਂ ਉਮੀਦ ਕਰਾਂਗਾ ਤੁਸੀਂ ਆਪਣੇ ਲੈਵਲ ਦੇ ਉੱਤੇ ਆਪ ਕਰ ਸਕਦੇ ਹੋ। ਪਹਿਲੀ ਚੀਜ਼ ਦੇ ਵਿੱਚ ਕੀ ਦਿੱਤਾ ਸਾਨੂੰ? ABC PQR। ਆਹ ਕੋਣ ਦਿੱਤਾ ਹੈ ਵਿਦਿਆਰਥੀਓ 60 ਡਿਗਰੀ ਦਾ, ਆਹ ਕੋਣ ਦਿੱਤਾ ਹੈ 80 ਡਿਗਰੀ ਦਾ, ਤੇ ਆਹ ਕੋਣ ਦਿੱਤਾ ਹੈ 40 ਡਿਗਰੀ ਦਾ। ਇਸੇ ਤਰੀਕੇ ਨਾਲ ਆਹ ਕੋਣ ਦਿੱਤਾ ਹੈ 60 ਡਿਗਰੀ ਦਾ, ਆਹ ਕੋਣ ਦਿੱਤਾ ਹੈ 80 ਡਿਗਰੀ ਦਾ, ਆਹ ਕੋਣ ਦਿੱਤਾ ਹੈ 40 ਡਿਗਰੀ ਦਾ। ਦੂਸਰੇ ਸਵਾਲ ਦੇ ਵਿੱਚ ਇਹ ਹੈ ਜੀ ABC। ABC ਦੇ ਵਿੱਚ ਇਹ ਭੁਜਾਵਾਂ ਦਾ ਮਾਪ ਦਿੱਤਾ ਹੈ 2 ਸੈਂਟੀਮੀਟਰ, 3 ਸੈਂਟੀਮੀਟਰ ਤੇ 2.5 ਸੈਂਟੀਮੀਟਰ। ਤੀਸਰੀ ਦੇ ਵਿੱਚ ਹੈ ਜੀ PQR। ਜਿਹੜਾ PQR ਹੈ ਉਸ ਵਿੱਚ PQ ਦਾ ਮਾਪ ਹੈ 6 ਸੈਂਟੀਮੀਟਰ, QR ਦਾ ਮਾਪ ਹੈ 4 ਸੈਂਟੀਮੀਟਰ ਤੇ PR ਦਾ ਮਾਪ ਹੈ 5 ਸੈਂਟੀਮੀਟਰ। ਵਿਦਿਆਰਥੀਓ, ਅਸੀਂ ਇਹਨਾਂ ਦੋਵਾਂ ਤ੍ਰਿਭੁਜਾਂ ਦੇ ਵਿੱਚ ਆ ਪਹਿਲਾ ਪਾਰਟ ਹੈ, ਆ ਦੂਸਰਾ ਪਾਰਟ ਹੈ। ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਦੋਵਾਂ ਦੇ ਵਿੱਚੋਂ ਕਿਹੜਾ ਤ੍ਰਿਭੁਜਾਂ ਦਾ ਜੋੜਾ ਜਿਹੜਾ ਹੈਗਾ ਉਹ ਸਮਰੂਪ ਹੈ, ਤੇ ਜੇ ਉਹ ਸਮਰੂਪ ਹੈ ਤਾਂ ਸਮਰੂਪਤਾ ਦਾ ਕਿਹੜਾ ਨਿਯਮ ਜਿਹੜਾ ਹੈਗਾ ਉਹ ਪਾਲਨ ਕਰਦਾ ਹੈ, ਕਿਹੜੇ ਨਿਯਮ ਦਾ? ਪਹਿਲੇ ਤ੍ਰਿਭੁਜ ਦੇ ਵਿੱਚ ਦੇਖਦੇ ਹਾਂ ਵਿਦਿਆਰਥੀਓ, ਅਸੀਂ ਦੇਖਦੇ ਹਾਂ ਕੋਣ A ਜਿਹੜਾ ਹੈ ਕੋਣ P ਦੇ ਬਰਾਬਰ ਹੈ ਕਿਉਂਕਿ 60 ਡਿਗਰੀ ਹੈ। ਠੀਕ ਹੈ ਜੀ, ਕੋਣ B ਜਿਹੜਾ ਹੈ ਉਹ ਕੋਣ Q ਦੇ ਬਰਾਬਰ ਹੈ, ਕਿੰਨਾ ਹੈ? 80 ਡਿਗਰੀ ਹੈ। ਤੇ ਕੋਣ ਜਿਹੜਾ C ਹੈ ਉਹ ਬਰਾਬਰ ਹੈ ਕੋਣ R ਦੇ ਬਰਾਬਰ ਹੈ 40 ਡਿਗਰੀ। ਭਾਵ ਤ੍ਰਿਭੁਜ ABC ਸਮਰੂਪ ਹੈ ਤ੍ਰਿਭੁਜ PQR ਦੇ। ਤੇ ਕਾਰਨ ਕੀ ਹੈ? ਕੋਣ ਕੋਣ ਕੋਣ। ਕੋਣ 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 ਨਿਯਮ ਦੀ ਸਮਰੂਪ ਨਿਯਮ ਦਾ ਜਿਹੜਾ ਨਿਯਮ ਹੈ ਸਮਰੂਪਤਾ ਦਾ, ਉਸ ਦੇ ਨਾਲ ਜਿਹੜਾ ਹੈ ਅਸੀਂ ਇਹਨਾਂ ਦੋਵਾਂ ਤ੍ਰਿਭੁਜਾਂ ਨੂੰ ਆਪਸ ਦੇ ਵਿੱਚ ਸਮਰੂਪ ਕਹਿ ਸਕਦੇ ਹਾਂ।
आओ विद्यार्थियों चलते हैं अपने अगले प्रश्न के बाद। अगले प्रश्न के विच अगला जिहड़ा साडे कोल पार्ट है उस दे विच सानू कोण नहीं दिते हुए, उस दे विच सानू भुजावां दी लंबाई दित्ती हुई है ते असीं जाणदे हां जेकर सानू तीनों भुजावां दी लंबाई दित्ती है तो इस दे विच जिहड़ा साडा तीसरा नियम सी जिहड़ी SSS ओ नियम लग सकता है कि नहीं लग सकता है, ये आपां चेक करना है। ठीक है जी, देखो विद्यार्थियों इहदे विच मैं दोनों नूं देखदा कि आ 2 है मेरे कोल, 2 दा दुगुणा कितना हो गया 4, 2 दूनी 4। हुण मैं देखता है कि बाकियों दे नाल इदां दा रिलेशन बनदा है। देखो 3 है, 3 का दुगुना कितना हो गया 6, यह है 2.5, 2.5 का दुगुना कितना होता 5। सो भाव ये कि बई ਇਹਦੇ ਵਿੱਚ ਅਸੀਂ ਦੇਖਿਆ ਕਿ ਇਹ ਛੋਟੀ त्रिभुज ਜਿਹੜੀ ਹੈਗੀ ਆ ਉਹਦੇ ਜਿਹੜੀ ਵੀ ਉਹਦੇ ਸਾਈਡਾਂ ਦੀ ਜਿਹੜੀ ਲੰਬਾਈ ਆ, ਠੀਕ ਹੈ ਜੀ, ਉਹ ਵੱਡੀ त्रिभुज ਤੋਂ ਅੱਧੀ ਆ। ਜਾਂ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਵੱਡੀ त्रिभुज ਦੇ ਵਿੱਚ ਸਾਈਡਾਂ ਜਿਹੜੀਆਂ ਹੈਗੀਆਂ ਨੇ ਉਹਦੀਆਂ ਭੁਜਾਵਾਂ ਆ, ਉਹਦੀ ਭੁਜਾਵਾਂ ਦੀ ਲੰਬਾਈ ਛੋਟੀ त्रिभुज ਦੀਆਂ ਦੁਗਣੀਆਂ ਹਨ। ਇਸ ਦਾ ਅਰਥ ਇਹ ਹੋਇਆ ਕਿ ਇਹ ਆਪਸ ਦੇ ਵਿੱਚ ਜਿਵੇਂ ਦੇਖੋ ਕਿਵੇਂ ਕਹਿ ਸਕਦਾ ਮੈਂ ਇਹਨੂੰ ਕੀ ਦੱਸਣ ਦੇ, ਜੇਕਰ ਮੈਂ AB ਬਟਾ ਧਿਆਨ ਨਾਲ ਦੇਖੋ QR करा तो यह आ जाएगा जी 2/4 बराबर 1/2। इसी तरीके दे नाल जेकर मैं AC बटा PQ करा यह आ जाएगा जी 3/6 बराबर 1/2। इसी तरीके दे नाल जेकर मैं लास्ट BC बटा QR करा वो आ जाएगा जी 2.5/5। ये बराबर तुसीं इहनूं ध्यान नाल करके देखो 2.5 का दुगुणा 5 का ये 1/2 आ जाएगा। ठीक है जी, बराबर कितना आ जाएगा 1/2। सो प्यारे विद्यार्थियों आ साडे कोल जिहड़ी हैगी है चीज है ਇਹਦੇ ਵਿੱਚ ਅਸੀਂ ਦੇਖ ਰਹੇ ਹਾਂ कि संगत भुजावां ਦਾ ਜਿਹੜਾ अनुपात है ਉਹ हर केस ਦੇ ਵਿੱਚ 1/2 1/2 1/2 आ रहा है। इस ਦਾ अर्थ है कि ये सारे अनुपात बराबर है। इस ਦਾ अर्थ है ਇਹ ਦੋਵੇਂ त्रिभुजां ਜਿਹੜੀਆਂ ਹੈਗੀਆਂ ਹਨ ਉਹ ਆਪਸ ਦੇ ਵਿੱਚ ਕੀ ਹੋਣਗੀਆਂ, ਸਮਰੂਪ ਹੋਣਗੀਆਂ ਤੇ ਸਮਰੂਪਤਾ ਦਾ ਕਿਹੜਾ ਨਿਯਮ ਪਾਲਣ ਕਰਨਗੀਆਂ, SSS। ठीक है जी, यानी कि भुजा 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 समरूपता का नियम पालन करते हुए ये दोवें भुजावां जिहड़ियां दोनों त्रिभुजां जिहड़ियां हैगियां आपस दे विच समरूप होणगियां। विद्यार्थियों इत्थे मैं तुहानूं एक होर चीज दसना चाहना, वो ये है कि त्रिभुज का जो नाम लिखा जाता है, वैसे तो असीं 9वीं क्लास दे विच ये चीज़ां कीतियां चंगी तरह, लेकिन फिर भी मैं तुहानूं इत्थे दसना चाहना, मैं ये कह रहा त्रिभुज ABC समरूप है त्रिभुज। एक बच्चा बोलेगा सर PQR, तो की मैं ये सही लिख रहा हाँ, इहदे विच मैं चेक करना चाहना। देखो मेरे को इत्थे की है AB बटा ए की है जी PQ। जेकर मैं AB बटा PQ करा, AB इन्ना या PQ इन्ना, ਇਹ ਤਾਂ ਬਣ ਗਿਆ ਵਿਦਿਆਰਥੀਓ 2/6 ਬਰਾਬਰ ਬਣ ਗਿਆ 1/3। ਲੇਕਿਨ ਮੇਰੇ ਕੋਲ ਸਮਰੂਪਤਾ ਦਾ ਨਿਯਮ ਦੇ ਵਿੱਚ ਤਾਂ ਹਰ ਜਿਹੜੀਆਂ ਸੰਗਤ ਭੁਜਾਵਾਂ ਸੀ ਉਹਨਾਂ ਦਾ ਅਨੁਪਾਤ ਕਿੰਨਾ ਆ ਰਿਹਾ, 1/2 ਆ ਰਿਹਾ। ਇਸ ਦਾ ਅਰਥ ਹੈ ਆਪ ਜਿਹੜਾ ਹੈਗਾ त्रिभुज ਦਾ ਨਾਮ ਨਹੀਂ ਹੋਏਗਾ। ਠੀਕ ਹੈ ਜੀ, ਸੋ ਫਿਰ त्रिभुज ਦਾ ਨਾਮ ਕੀ ਹੋਣਾ ਚਾਹੀਦਾ ਹੈ। ਦੇਖੋ ਜੇਕਰ ਇਹ ਪਹਿਲੀ AB ਹੈ, AB ਨੂੰ ਕਿਹਦੇ ਨਾਲ ਆਪਾਂ ਇਹਦੀ ਸੰਗਤ ਭੁਜਾ ਕਿਹੜੀ ਦੇਖੀ ਆਪਾਂ, QR। ਇਸ ਦਾ ਅਰਥ ਹੈ ਇਹ ਆ ਜਾਏਗਾ QR। BC ਦੀ ਸੰਗਤ ਭੁਜਾ ਕਿਹੜੀ ਦੇਖੀ, BC ਦੀ ਸੰਗਤ ਭੁਜਾ RP। ਇਹਦਾ ਮਤਲਬ QRP ਜਿਹੜੀ ਹੈਗੀ त्रिभुज ਹੈਗੀ ਆ ਉਹ ਸਮਰੂਪ ਹੋਏਗੀ त्रिभुज ABC ਦੇ। ਇਹ ਵਿਦਿਆਰਥੀਓ ਬਹੁਤ ਇੰਪੋਰਟੈਂਟ ਚੀਜ਼ ਹੈ। ਇਹ ਕਦੋਂ ਇੰਪੋਰਟੈਂਟ ਹੋਏਗੀ ਸਾਡੇ ਲਈ, ਜਦੋਂ ਕਿ ਸਾਨੂੰ ਇਹ ਚੀਜ਼ ਕਿਸੇ ਨਾ ਕਿਸੇ ਪ੍ਰਸ਼ਨ ਦੇ ਵਿੱਚ ਇਹ ਦਿੱਤਾ ਹੋਏਗਾ ਕਿ ਆਹ ਦੋ त्रिभुजां ਆਪਸ ਦੇ ਵਿੱਚ ਸਮਰੂਪ ਹਨ, ਤਾਂ ਮੈਂ ਇਹ ਚੀਜ਼ ਦੱਸ ਸਕਦਾ ਹਾਂ ਕਿ ਦੇਖੋ ਆ ਸਮਰੂਪਤਾ ਦੇ ਨਿਯਮ ਦੇ ਨਾਲ ਆ ਚੀਜ਼ਾਂ ਦੋ ਸਮਰੂਪ ਹੋ ਗਈਆਂ। ਇਹਦੇ ਵਿੱਚ ਕੋਣਾਂ ਦੇ ਬਾਰੇ ਤਾਂ ਕੁਝ ਨਹੀਂ ਕਿਹਾ ਗਿਆ ਨਾ, ਲੇਕਿਨ ਹੁਣ ਮੈਂ ਆਪ ਜੀ ਨੂੰ ਇਹ ਦੱਸ ਸਕਦਾ ਕਿ ਕੋਣ A ਬਰਾਬਰ ਹੋਏਗਾ ਕੋਣ Q ਦੇ। क्योंकि जे तुसीं इत्थे PQR लिख दिंदे तो उन्हें की शो होना सी कि कोण A P दे बराबर है, जो कि गलत होना सी। ठीक है जी, हुण आ दो त्रिभुजां जिहड़ियां हैगियां बिल्कुल सही नाम नाल लिखियां गईयां। इहदा मतलब कोण A कोण Q दे बराबर है, कोण B जिहड़ा हैगा वो कोण R दे बराबर है, ते कोण C जिहड़ा है कोण P दे बराबर है। सो विद्यार्थियों आ चीज जिहड़ी हैगी साडे वास्ते बड़ी इंपॉर्टेंट है ते अच्छी चीज है, जिहनूं आपां अगले प्रश्नां दे विच इस्तेमाल करांगे। प्रश्न वैसे साडा पहला इत्थे तक ही सी। आओ विद्यार्थियों चलदे हां असीं अपने अगले प्रश्न दे वल। ਹੁਣ ਅੱਗੇ ਪ੍ਰਸ਼ਨ ਜਿਹੜੇ ਵਿਦਿਆਰਥੀ ਆਉਣਗੇ ਉਹ ਸਟੇਟਮੈਂਟ ਵਾਲੇ ਆਣਗੇ। ਸਟੇਟਮੈਂਟ ਵਾਲੇ ਪ੍ਰਸ਼ਨਾਂ ਦੀ ਖਾਸ ਗੱਲ ਇਹ ਹੈ ਕਿ ਦੇਖਣ ਨੂੰ ਪ੍ਰਸ਼ਨ ਔਖੇ ਲੱਗਦੇ ਹਨ, ਲੇਕਿਨ ਜਦੋਂ ਅਸੀਂ ਉਹਨਾਂ ਨੂੰ ਹੱਲ ਕਰਨਾ ਸ਼ੁਰੂ ਕਰਦੇ ਹਾਂ ਤੇ ਉਹ ਬੜੇ ਹੀ ਸੌਖੇ ਲੱਗਣ ਲੱਗ ਜਾਂਦੇ ਹਨ। ਅਗਲਾ ਪ੍ਰਸ਼ਨ ਹੈ ਵਿਦਿਆਰਥੀਓ ਪ੍ਰਸ਼ਨ ਨੰਬਰ 2, ਚਿੱਤਰ ਵਿੱਚ त्रिभुज ODC, ਇਹ ਮੈਂ ਦੁਬਾਰਾ ਲਿਖ ਦੇਣਾ ਸੌਰੀ, ODC समरूप है त्रिभुज OBA कोण BOC बराबर है 125 डिग्री अते कोण CDO बराबर है 70 डिग्री। ठीक है जी, आ दो चीजां दित्तियां हन ते असीं कोण
सॉरी फिर कर दो, कोण DOC कोमा कोण DCO ਅਤੇ कोण OAB ਨੂੰ ਜੋ ਹੈ ਉਹ ਪਤਾ ਕਰੋ। ठीक है जी, आ तीन चीजां सानू दित्तियां होईयां है, मतलब आ एक चीज, दो चीज ते तीन चीजां सानू दित्तियां होईयां ते सानू ये कहा कि कोण पता करो। इस तो पहले ਅਸੀਂ ਇਹਦੇ ਵਿੱਚ ਇਹਦਾ ਡਾਇਗਰਾਮ ਵੀ ਜ਼ਰੂਰ ਬਣਾਵਾਂਗੇ। ਇਹਦਾ ਡਾਇਗਰਾਮ ਹੈ ਵਿਦਿਆਰਥੀਓ ਸਾਡੇ ਕੋਲ ਇਸ ਢੰਗ ਨਾਲ, ਇਹਦੇ ਵਿੱਚ ਇਹਨੂੰ ਇੱਧਰ ਨੂੰ ਜੋੜ ਦੋ, ਆ ਚੀਜ਼ ਇੱਧਰ ਆ ਗਈ। ਠੀਕ ਹੈ ਜੀ, ਇਹਨਾਂ ਦੇ ਨਾਮ ਵਿਦਿਆਰਥੀਓ ਲਿਖਦੇ ਹਾਂ। ਇਹ ਸਾਡੇ ਕੋਲ ਆ ਗਿਆ ਜੀ A B C D ਤੇ ਆ ਜਿਹੜਾ ਹੈਗਾ ਸੈਂਟਰ ਵਾਲਾ O ਹੈ। ਇਹਦੇ ਵਿੱਚ ਹੁਣ ਦੇਖਦੇ ਹਾਂ ਅਸੀਂ ਸਾਡੇ ਕੋਲ ਕਿਹੜੀ ਕਿਹੜੀ ਚੀਜ਼ ਦਿੱਤੀ ਹੈ। ਉਹਨੇ ਕਿਹਾ ODC OBA ਦੇ ਸਮਰੂਪ ਹੈ ਤੇ BOC ਬਰਾਬਰ 125 ਡਿਗਰੀ ਜਿਹੜਾ ਵਿਦਿਆਰਥੀਓ ਦਿੱਤਾ ਹੋਇਆ ਹੈ ਤੇ CDO ਜਿਹੜਾ ਹੈਗਾ ਉਹ 70 ਡਿਗਰੀ ਦਿੱਤਾ ਹੋਇਆ। ਉਸ ਤੋਂ ਬਾਅਦ ਤਿੰਨ ਕੋਣ ਜਿਹੜੇ ਹੈਗੇ ਪਤਾ ਕਰਨੇ ਆ। ਲੇਕਿਨ ਇਹ ਤਿੰਨ ਕੋਣ ਪਤਾ ਕਰਨ ਤੋਂ ਪਹਿਲਾਂ ਆਪ ਜੀ ਨੂੰ ਮੈਂ ਸਟਾਰਟਿੰਗ ਦੇ ਵਿੱਚ ਇੱਕ ਚੀਜ਼ ਦੱਸੀ ਸੀ, ਜਦੋਂ ਪਿਛਲੇ ਸਵਾਲ ਦੇ ਵਿੱਚ ਆਪਾਂ ਚੀਜ਼ ਕੀਤੀ ਸੀ, ਜੇਕਰ ਸਾਨੂੰ ਤ੍ਰਿਭੁਜ ਇਹਦਾ ਹੱਲ ਹੈ ਜੀ, ਜੇਕਰ ਸਾਨੂੰ ਤ੍ਰਿਭੁਜ ODC ਸਮਰੂਪ ਦਿੱਤੀ ਹੋਈ ਹੈ ਤ੍ਰਿਭੁਜ OBA ਦੇ, ਤਾਂ ਇਸ ਦਾ ਅਰਥ ਹੈ ਵਿਦਿਆਰਥੀਓ ਕਿ ਕੋਣ O ਕੋਣ O ਦੇ ਬਰਾਬਰ ਹੈ। ਕਿਹੜਾ ਵਾਲਾ? ਇਹਨੂੰ ਨੰਬਰ 1 ਲੈ ਲੈਂਦੇ ਆ, ਇਹਨੂੰ ਨੰਬਰ 2 ਲੈ ਲੈਂਦੇ। ਇਸ ਦਾ ਅਰਥ ਹੈ ਕੋਣ 1 ਕੋਣ 2 ਦੇ ਬਰਾਬਰ ਹੈ। ਇਹ ਸਮਰੂਪਤਾ ਦੇ ਨਿਯਮ ਦੇ ਨਾਲ ਹੈ, ਕਿਉਂਕਿ ਸਮਰੂਪ ਤ੍ਰਿਭੁਜਾਂ ਦੇ ਸੰਗਤ ਕੋਣ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ। ਤਾਂ ਕੋਣ 1 ਬਰਾਬਰ ਕੋਣ 2 ਹੋ ਗਿਆ। ਉਸ ਤੋਂ ਬਾਅਦ ਕੋਣ D ਤੇ ਕੋਣ B, ਕੋਣ D ਬਰਾਬਰ ਕੋਣ B ਦੇ ਹੋ ਗਿਆ ਤੇ ਕੋਣ C ਬਰਾਬਰ ਕੋਣ A ਦੇ ਹੋ ਗਿਆ। ਇੱਥੇ ਮੈਂ ਤੁਹਾਨੂੰ ਦੱਸਵਾਂ, ਕੋਣ C ਆਵਲਾ ਹੈ, ਕੋਣ A ਆਵਲਾ ਹੈ, ਕੋਣ D ਆ ਚੀਜ਼ ਹੈ ਤੇ ਕੋਣ B ਆ ਚੀਜ਼ ਹੈ। ਇਹ ਸਾਰੇ ਕੋਣ ਇਹਨਾਂ ਦੋ ਤ੍ਰਿਭੁਜਾਂ ਦੇ ਸੰਗਤ ਕੋਣ ਜਿਹੜੇ ਹਨ ਉਹ ਆਪਸ ਦੇ ਵਿੱਚ ਬਰਾਬਰ ਹਨ ਤੇ ਇਹ ਸਾਨੂੰ ਇਸ ਸਟੇਟਮੈਂਟ ਦੇ ਵਿੱਚ ਦਿੱਤਾ ਹੋਇਆ ਹੈ। ਦੂਸਰੀ ਚੀਜ਼ ਸਾਨੂੰ ਕੀ ਦਿੱਤੀ ਹੋਈ? 125 ਡਿਗਰੀ। ਕਹਿੰਦਾ ਕੋਣ 1 ਪਤਾ ਕਰਨਾ। ਆਓ ਵਿਦਿਆਰਥੀਓ ਸ਼ੁਰੂ ਕਰਦੇ ਹਾਂ। ਕੋਣ 1 ਜਮਾ 125 ਡਿਗਰੀ ਬਰਾਬਰ 180 ਡਿਗਰੀ। ਇਹ ਕਿਉਂ ਹੈ ਜੀ? ਕਿਉਂਕਿ ਇਹ ਰੇਖੀ जोड़ा है। ठीक है, इधर देखो विद्यार्थियों, 1 जमा 125 बराबर एक रेखा के उत्ते बनया है जोड़ा है, इस करके इहनूं की कहंदे आपां? रेखी जोड़ा। ते रेखी जोड़े दा जिहड़ा जोड़ है दो कोणां दा वो 180 के बराबर होता है। इसका अर्थ है कोण 1 बराबर 180 घटाओ 125 बराबर 55 डिग्री। ये साडा पहला पार्ट आ गया, यानी कि कोण 1। देखो कोण 1 की सी DOC, इसका अर्थ है ये की है कोण DOC। कोण 1 जिहड़ा है वो कोण किहदे बराबर है? सॉरी हाँ, DOC के बराबर है। कोण 1 जिहड़ा है वो कोण DOC के बराबर है। इसका मतलब पहला सवाल साडा हल हो गया। दूसरे सवाल वाल आने हां। दूसरा सवाल है DCO। विद्यार्थियों जिहड़ा कोण DCO है ਉਹਨੂੰ ਕਿੱਦਾਂ ਕੱਢਿਆ ਜਾ ਸਕਦਾ ਹੈ? ਇਹਦੇ ਵਿੱਚ ਦੇਖੋ ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ? 180 ਡਿਗਰੀ। ਇਸ ਦਾ ਮਤਲਬ ਹੈ ਤ੍ਰਿਭੁਜ DOC ਵਿੱਚ ਕੋਣ D ਜਮਾ ਕੋਣ C जमा कोण 1 बराबर 180 डिग्री। तुसी पता करना चाहते हो कोण C बराबर आ जाएगा 180 घटाओ कोण D घटाओ कोण 1 बराबर 180 घटाओ कोण D कितना है विद्यार्थियों? 70 डिग्री। ते कोण 1 विद्यार्थियों कितना कढ़िया आपां? 55 डिग्री। इसका अर्थ है 180 घटाओ 125 डिग्री ते एक कितना आ जाएगा जी? 55 डिग्री। आ साडे कोल विद्यार्थियों दूसरे प्रश्न का जवाब कोण C जिहड़ा हैगा कोण DCO ए भी साडे कोल निकल गया। कितना आ गया? कोण C बराबर 55 डिग्री। अब विद्यार्थियों चलते हैं अपने तीसरे कोण वाल। तीसरा कोण विद्यार्थियों मैनू दसन दी लोड़ नहीं है। क्यों? इधर देखो, उन्हें पूछा कोण OAB, कोण OAB ਇਹਦਾ मतलब कोण A ਦੀ ਗੱਲ कर रहा है ਤੇ कोण A ਕਿਹਦੇ ਬਰਾबर है? कोण C ਦੇ। ठीक है जी, इस चीज ਨੂੰ ਇੱਥੇ ਲਿਖੋ ਤੁਸੀਂ। ਅਸੀਂ ਜਾਣਦੇ ਹਾਂ कि ਕੀ ਜਾਣਦੇ ਹਾਂ ਅਸੀਂ? ਕੋਣ A ਬਰਾਬਰ ਕੋਣ C ਦੇ ਹੈ ਤੇ ਕੋਣ C ਕਿਹਦੇ ਬਰਾबर है? 55 डिग्री। ਇਸ ਦਾ ਭਾਵ ਹੈ ਕੋਣ A ਬਰਾबर ਕਿੰਨਾ ਹੋ ਗਿਆ? 55 डिग्री। ਇਹਦਾ ਮਤਲਬ ਆ ਤੀਸਰਾ ਕੋਣ ਜਿਹੜਾ ਹੈਗਾ ਉਹ ਸਾਡਾ ਸਿੱਧਾ ਹੀ ਨਿਕਲ ਗਿਆ। ਉਹ ਸਿੱਧਾ ਕਿੱਥੋਂ ਨਿਕਲਿਆ ਵਿਦਿਆਰਥੀਓ? ਜਦੋਂ ਅਸੀਂ ਪ੍ਰਸ਼ਨ ਸਟਾਰਟ ਕੀਤਾ ਸੀਗਾ ਕਿ ਆਹ ਦੋ ਤ੍ਰਿਭੁਜਾਂ ਆਪਸ ਦੇ ਵਿੱਚ ਸਮਰੂਪ ਹਨ, ਤਾਂ ਇਹਨਾਂ ਦੋ ਸਮਰੂਪ ਤ੍ਰਿਭੁਜਾਂ ਦਾ ਜਿਹੜਾ ਸੀਗਾ ਉਹਦੇ ਵਿੱਚ ਅਸੀਂ ਦੱਸਿਆ ਸੀ ਸੰਗਤ ਕੋਣ ਆਪਸ ਵਿੱਚ ਬਰਾਬਰ ਹੁੰਦੇ ਹਨ। ਜੇਕਰ ਸੰਗਤ ਕੋਣ ਆਪਸ ਵਿੱਚ ਬਰਾਬਰ ਹਨ ਤੇ ਇਸ ਦਾ ਅਰਥ ਹੈ ਕੋਣ AC ਬਰਾਬਰ ਕੋਣ A ਦੇ। ਤੇ ਇਹੀ ਚੀਜ਼ ਜਿਹੜੀ ਹੈਗੀ ਆ ਲਾਸਟ ਪ੍ਰਸ਼ਨ ਦੇ ਵਿੱਚ ਆਪਾਂ ਲਗਾਈ। ਕੋਣ C ਸਾਨੂੰ 55 ਡਿਗਰੀ ਦਿੱਤਾ ਹੋਇਆ ਹੈ। ਜੇਕਰ ਕੋਣ C 55 डिग्री है तो कोण A कोण C ਦੇ ਬਰਾਬਰ है ਤੇ कोण A भी कितना हो जाएगा विद्यार्थियों? 55 डिग्री। अब विद्यार्थियों चलते हैं अपने अगले प्रश्न के बाद। मैं उम्मीद करता हूं ਤੁਹਾਨੂੰ ਇਹ ਪ੍ਰਸ਼ਨ ਵੀ ਸਮਝ ਲੱਗਿਆ ਹੋਵੇਗਾ।
अगला प्रश्न भी साडा विद्यार्थियों स्टेटमेंट वाला ही है, लेकिन समझ के करने वाला है। ठीक है विद्यार्थियों, चलो लिखते हैं विद्यार्थियों अपने अगले प्रश्न के वाल चलते हैं। अगले प्रश्न के विच सानू चित्र नहीं दिता होया, चित्र असी आप बनावांगे। अगला प्रश्न है समलंब चतुर्भुज, समलंब चतुर्भुज ए बी सी डी जिस विच देखो समलंब चतुर्भुज दिता ए बी सी डी, जिस विच ए बी समानांतर है डी सी, ठीक है जी, दे विकर्ण AC ਅਤੇ BD DB ਆਪਸ ਵਿੱਚ O ਤੇ ਕੱਟਦੇ ਹਨ। ਠੀਕ ਹੈ ਜੀ, ਜਿਹੜੇ ਵਿਕਰਨ ਹੈ ਉਹ ਦੋਨੋਂ O ਤੇ ਕੱਟਦੇ ਹਨ ਤੇ ਦੋ ਤ੍ਰਿਭੁਜਾਂ ਦੀ ਸਮਰੂਪਤਾ कसौटी ਦਾ प्रयोग करते हुए दिखाओ कि OA बटा OC बराबर है OB बटा OD। ये विद्यार्थियों आप दिखाना चाहते हैं। ठीक है जी, इधरला हिस्सा ਅਸੀਂ ਛੱਡ ਦਿੰਦੇ ਹਾਂ हल करने के लिए। आ प्रश्न है, एक बार फिर प्रश्न पढ़ते हैं ਤੇ ਨਾਲ चित्र बनाते हैं। समलंब चतुर्भुज, देखो समलंब चतुर्भुज बना लेने हैं जी। आ लो जी, आ साडे को बन गया समलंब चतुर्भुज। ठीक है जी, A B C D देखो इको सर्कल दे विच चलना है। A B C D नहीं किसी ने लिखना, A B C D उस दे विच A B समानांतर है DC दे, AD DC दे समानांतर है। दे विकर्ण AC ਅਤੇ BD आपस ਦੇ ਵਿੱਚ ਕਿੱਥੇ ਕੱਟਦੇ ਹਨ ਵਿਦਿਆਰਥੀਓ? O ਤੇ ਕੱਟਦੇ ਹਨ। ਠੀਕ ਹੈ, ਇਹੀ ਲਿਖਿਆ ਇਹਨਾਂ ਨੇ। ਦੋ ਤ੍ਰਿਭੁਜਾਂ ਦੀ ਸਮਰੂਪਤਾ ਦੀ ਕਸੌਟੀ ਦੇ ਨਾਲ ਅਸੀਂ ਆਹ ਚੀਜ਼ ਜਿਹੜੀ ਹੈਗੀ ਉਹ ਸਿੱਧ ਕਰਨਾ ਚਾਹੁੰਦੇ ਹਾਂ ਕਿ OA ਬਟਾ OC ਬਰਾਬਰ ਹੈ OB ਬਟਾ OD ਦੇ। ਵਿਦਿਆਰਥੀਓ ਇਹਦੇ ਵਿੱਚ ਮੈਂ ਕੁਝ ਇੱਕ ਚੀਜ਼ਾਂ ਦੱਸਣਾ ਚਾਹੁੰਦਾ। ਦੇਖੋ ਜਿਹੜੀ ਚੀਜ਼ ਇਹਨੇ ਇੱਥੇ ਸਮਾਨਾਂਤਰ ਦਿੱਤੀ ਹੋਈ ਆ, ਉਹ ਸਮਾਨਾਂਤਰ ਜਿਹੜੀ ਚੀਜ਼ ਦਿੱਤੀ ਆ ਉਹ ਸਾਨੂੰ ਕੋਣਾਂ ਦਾ ਜਿਹੜਾ ਆਪਸੀ ਸੰਬੰਧ ਹੈ ਉਹ ਲੱਭਣ ਵਿੱਚ ਮਦਦ ਕਰੇਗੀ। देखो आ वाला कोण, इसनू कोण 1 का नाम देना, इसनू 2 का, इसनू कोण 3 का नाम दे देना, इसनू कोण 4 का। देखो क्यों? क्योंकि जेकर AB समानांतर है DC दे ਤਾਂ AC जो है उसका की है एक शाबाश ਇਹ ਦੋ ਸਮਾਨਾਂਤਰ ਰੇਖਾਵਾਂ ਨੂੰ ਕੱਟਦੀ ਹੋਈ ਇੱਕ ਰੇਖਾ ਹੈ। ਠੀਕ ਹੈ ਜੀ, ਇਸ ਦੇ ਲਈ ਕੋਣ 1 ਤੇ ਕੋਣ 2 ਕਿਹੜੇ ਕੋਣ ਬਣ ਜਾਂਦੇ ਹਨ? ਇਕਾਂਤਰ ਕੋਣ ਬਣ ਜਾਂਦੇ ਹਨ। ਇਸੇ ਤਰੀਕੇ ਨਾਲ ਜੇਕਰ ਜਿਹੜੀ BD ਇਸ ਦੀ ਕਾਟਵੀਂ ਰੇਖਾ ਹੋਵੇ ਤੇ ਕੋਣ 3 ਤੇ ਕੋਣ 4 ਕੀ ਬਣ ਜਾਣਗੇ? ਉਸਦੇ ਇਕਾਂਤਰ ਕੋਣ ਬਣ ਜਾਣਗੇ। ਤੇ ਜੇਕਰ ਦੋ ਤ੍ਰਿਭੁਜਾਂ ਆਪਸ ਜੋ ਦੋ ਲਾਈਨਾਂ ਆਪਸ ਦੇ ਵਿੱਚ ਪੈਰਲਲ ਹੋਣ, ਠੀਕ ਹੈ ਜੀ, ਸਮਾਨਾਂਤਰ ਹੋਣ ਤਾਂ ਉਹਨਾਂ ਦੇ ਇਕਾਂਤਰ ਕੋਣ ਆਪਸ 'ਚ ਬਰਾਬਰ ਹੁੰਦੇ ਹਨ। ਆਜੋ ਵਿਦਿਆਰਥੀਓ ਕਰੀਏ ਆਪਾਂ। ਤ੍ਰਿਭੁਜ AOB ਅਤੇ ਤ੍ਰਿਭੁਜ ਦੇਖੋ AOB ਤੇ ਤ੍ਰਿਭੁਜ COD ਵਿੱਚ ਇਹਨਾਂ ਦੋ ਤ੍ਰਿਭੁਜਾਂ ਦੇ ਵਿੱਚ ਦੇਖਦੇ ਆ ਕੋਣ 1 ਬਰਾਬਰ ਕੋਣ 2 ਦੇ, ਕੋਣ 1 ਬਰਾਬਰ ਕੋਣ 2 ਦੇ, ਕੋਣ 3 ਬਰਾਬਰ ਕੋਣ 4 ਦੇ। ਇਹਨਾਂ ਦੋਹਾਂ ਦਾ ਇੱਕ ਹੀ ਕਾਰਨ ਹੈ, ਉਹ ਕੀ ਹੈ? ਇਕਾਂਤਰ ਕੋਣ। ਦੇਖੋ ਜੇਕਰ ਮੈਂ ਇਹਦਾ ਡਾਇਗਰਾਮ ਦੇ ਵਿੱਚ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ AB DC ਦੇ ਸਮਾਨਾਂਤਰ ਹੈ। ਜੇਕਰ ਇਹਦੇ ਸਮਾਨਾਂਤਰ ਹੋਏਗਾ ਇਸ ਦਾ ਅਰਥ ਹੈ ਕੋਣ 1 ਕੋਣ 2 ਦੇ ਬਰਾਬਰ ਹੋਏਗਾ, ਕੋਣ 3 ਕੋਣ 4 ਦੇ ਬਰਾਬਰ ਹੋਏਗਾ, ਕਿਉਂਕਿ ਇਹ ਇਕਾਂਤਰ ਕੋਣ ਹਨ। ਠੀਕ ਹੈ ਜੀ, ਅੱਛਾ ਜੇਕਰ ਦੋ ਕੋਣ ਬਰਾਬਰ ਹੋ ਗਏ ਤਾਂ ਤ੍ਰਿਭੁਜਾਂ ਆਪਸ ਵਿੱਚ ਕੀ ਬਣ ਗਈਆਂ? ਸਮਰੂਪ। ਇਹ ਹੋ ਗਈਆਂ ਤ੍ਰਿਭੁਜਾਂ ਆਪਸ ਵਿੱਚ ਕੀ ਹੋ ਗਈਆਂ ਵਿਦਿਆਰਥੀਓ? ਸਮਰੂਪ ਹੋ ਗਈਆਂ। ਤੇ ਕਿਹਦੇ ਨਾਲ ਹੋਈਆਂ? ਐਂਗਲ ਜਿਹੜੀ ਕਿ ਕੋਣ ਕਸੌਟੀ ਦੇ ਨਾਲ ਇਹ ਜਿਹੜੀਆਂ ਆਪਸ ਵਿੱਚ ਸਮਰੂਪ ਹੋ ਗਈਆਂ। ਤੇ ਸਮਰੂਪ ਤ੍ਰਿਭੁਜਾਂ ਦੀਆਂ ਸੰਗਤ ਭੁਜਾਵਾਂ ਦਾ ਅਨੁਪਾਤ ਆਪਸ ਵਿੱਚ ਬਰਾਬਰ ਹੁੰਦਾ ਹੈ। ਇਸ ਤੋਂ ਭਾਵ ਇਹ ਹੈ ਕਿ ਸਾਡੇ ਕੋਲ ਨਿਕਲਦਾ ਹੈ, ਇਹਦਾ ਅਰਥ ਹੈ OA ਬਟਾ OC ਬਰਾਬਰ ਹੈ OB ਬਟਾ OD ਦੇ। ਚਲੋ ਦੇਖਦੇ ਹਾਂ OA ਬਟਾ OC ਬਰਾਬਰ OB ਬਟਾ OD। ਆ ਸਾਡੇ ਕੋਲ ਬਿਲਕੁਲ ਸਹੀ ਨਿਕਲ ਗਿਆ। ਠੀਕ ਹੈ ਜੀ, ਆਹੀ ਚੀਜ਼ ਚਾਹੀਦੀ ਸੀਗੀ। ਤੇ ਇਸ ਦਾ ਕਾਰਨ ਕੀ ਲਿਖਣਾ ਹੈ? ਅਸੀਂ ਕਾਰਨ ਤੁਸੀਂ ਆਪ ਲਿਖੋਗੇ। ਕਾਰਨ ਤੁਸੀਂ ਲਿਖੋਗੇ ਇਸ ਦਾ ਵਿਦਿਆਰਥੀਓ ਕਿ ਸੰਗਤ ਜੋ ਜਿਹੜੀਆਂ ਸਮਰੂਪ ਤ੍ਰਿਭੁਜਾਂ ਹਨ ਉਹਨਾਂ ਦੀਆਂ ਸੰਗਤ ਭੁਜਾਵਾਂ ਦਾ ਅਨੁਪਾਤ ਹਮੇਸ਼ਾ ਬਰਾਬਰ ਹੁੰਦਾ ਹੈ। ਤੇ ਉਹ ਅਨੁਪਾਤ ਆਪਾਂ ਬਰਾਬਰ ਕਰ ਦਿੱਤਾ ਤੇ ਇਹੀ ਸਾਡੇ ਸਵਾਲ ਦਾ ਜਵਾਬ ਹੈ। ਠੀਕ ਹੈ, ਚਲੋ ਆਓ ਵਿਦਿਆਰਥੀਓ ਚੱਲਦੇ ਹਾਂ ਆਪਣੇ ਅਗਲੇ ਪ੍ਰਸ਼ਨ ਦੇ ਵੱਲ। ਪ੍ਰਸ਼ਨ ਨੰਬਰ 4 ਜਿਹੜਾ ਹੈ ਉਹ ਵੀ ਵਿਦਿਆਰਥੀਓ ਇਸੇ ਤਰੀਕੇ ਦੇ ਨਾਲ थोड़ा जिहा समझने वाला प्रश्न है। सवाल मुश्किल नहीं है लेकिन प्रश्न ਨੂੰ थोड़ा जिहा समझ के करने वाला सवाल है। ठीक है जी,
ਤੇ ਇਹਦੇ ਵਿੱਚ ਦਿਖਾਣੇ ਆਪਾਂ। ਇਹਦੇ ਵਿੱਚ ਪ੍ਰਸ਼ਨ ਨੰਬਰ 4 ਦੇ ਵਿੱਚ ਸਾਨੂੰ ਚਿੱਤਰ ਦਿੱਤਾ ਹੋਇਆ ਹੈ, ਉਹ ਮੈਂ ਤੁਹਾਨੂੰ ਪੂਰੀ ਬਣਾ ਕੇ ਦਿਖਾਣਾ। चित्र विच QR जो है QR बटा QS बराबर है QT बटा PR अते कोण एक बराबर कोण 2 है। ठीक है जी, आ चीज दी हुई है चित्र में। चित्र को तुहानू बना के दिखावांगे। उस वालों कहता है कि दिखाओ कि त्रिभुज PQS समरूप है त्रिभुज TQR। ठीक है जी, ਇਹ ਚੀਜ਼ ਆਪਾਂ ਉਹਨਾਂ ਨੂੰ ਦੱਸਣੀ ਹੈਗੀ ਆ। ਤੇ ਇਹਦੇ ਵਿੱਚ ਸਾਡੇ ਕੋਲ ਜਿਹੜਾ ਚਿੱਤਰ ਹੈ, ਡਾਇਗਰਾਮ ਹੈ, ਉਹ ਸਾਡੇ ਕੋਲ ਦਿੱਤਾ ਹੋਇਆ ਹੈ, ਉਹ ਇਹ ਹੈ। ਇਹਦੇ ਵਿੱਚ ਆ ਜਾਂਦਾ ਜੀ ਇਹ T, ਇਹ ਹੈਗਾ ਜੀ Q TQR, ਇੱਥੇ ਇੱਕ S ਹੈ ਤੇ ਇੱਥੇ ਇੱਕ P ਹੈ। ਇਹ P ਬਣ ਗਿਆ ਵਿਦਿਆਰਥੀਓ, ਇਹ ਆ ਗਿਆ ਜੀ S ਤੇ ਇਹਨੂੰ ਇੱਥੇ R ਦੇ ਨਾਲ ਵੀ ਉਹਨੇ ਜੋੜ ਦਿੱਤਾ। ਇਹਦੇ ਵਿੱਚ ਉਹਨੇ ਕੋਣ 1 ਤੇ ਕੋਣ 2 ਕਿਹਨੂੰ ਕਿਹਾ? ਉਹ ਕਹਿੰਦਾ ਜੀ ਇਹ ਕੋਣ 1 ਹੈ ਤੇ ਆਹ ਵਾਲਾ ਜਿਹੜਾ ਅੰਦਰਲਾ ਕੋਣ ਹੈ ਇਹ ਕੋਣ 2 ਹੈ। ठीक है जी, आ जी चीज विद्यार्थियों सानू दित्ती हुई है ते असीं ये सिद्ध करना चाहते हैं कि दो त्रिभुजां आपस में समरूप हैं। असीं जानते हैं समरूपता के नियम दे विच असीं एक नियम इदां दा भी कीता सी जिहदे विच दो भुजावां आपस में समरूप मतलब जिहड़ियां उन्हां दे अनुपात आपस में बराबर दित्ते होण ते उन्हां दे विचाले वाला कोण आपस में बराबर होवे। पहली नज़र ते देखण नूं लगदा कि नहीं दित्ता होया, पर ध्यान दिओ जिहड़ा कोण 1 ते कोण 2 है वो इन्हां दे विचाले नहीं आंदा। ते दूसरी चीज QR बटा QS आ गल बनदी है अपनी। देखो QR बटा QS, ठीक है जी, बराबर QT बटा Q किधर देता है इन्होंने QT बटा PR आ रहा जी अपने को P है विद्यार्थियों PR। ठीक है, QT बटा PR चाहिए मैनू की सी PQ। ठीक है जी, सो पहले नंबर के उत्ते बात करांगे क्योंकि देखो हल कर रहे हैं सीधा, क्योंकि कोण 1 बराबर कोण 2। देखो कोण 1 कोण 2 ਦੇ ਬਰਾਬਰ ਹੈ, ਇਸ ਲਈ त्रिभुज PQR ਵਿੱਚ देखो विद्यार्थियों ਜਦੋਂ ਵੀ ਸਾਡੇ ਕੋਲ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ, ਜੇਕਰ ਇੱਕ त्रिभुज PQR ਦੇ ਵਿੱਚ ਦੋ ਕੋਣ ਆਪਸ ਦੇ ਵਿੱਚ ਬਰਾਬਰ ਦਿੱਤੇ ਗਏ ਹੋਣ, ਯਾਨੀ ਕਿ ਕੋਣ 1 ਬਰਾਬਰ ਕੋਣ 2 ਦੇ ਦਿੱਤਾ ਗਿਆ ਹੋਵੇ, ਤਾਂ ਜਿਹੜਾ ਕੋਣ 1 ਕੋਣ 2 ਦੇ ਬਰਾਬਰ ਹੈ ਉਸ ਦੇ ਸਨਮੁਖ ਭੁਜਾਵਾਂ ਜਿਹੜੀਆਂ ਹੈਗੀਆਂ ਉਹ ਆਪਸ ਦੇ ਵਿੱਚ ਬਰਾਬਰ ਹੁੰਦੀਆਂ ਹਨ। ਇਸ ਦਾ ਅਰਥ ਹੈ PQR त्रिभुज ਦੇ ਵਿੱਚ ਕੋਣ 1 ਕੋਣ 2 ਦੇ ਬਰਾਬਰ ਹੈ ਤੇ ਕੋਣ 1 ਦੇ ਸਨਮੁਖ ਭੁਜਾ ਕਿਹੜੀ ਹੈ? PR। ਇਸ ਦਾ ਅਰਥ ਹੈ PR ਬਰਾਬਰ ਹੈ ਕੋਣ 2 ਦੇ ਸਨਮੁਖ ਭੁਜਾ ਕਿਹੜੀ ਹੈ? PQ ਦੇ। ਠੀਕ ਹੈ ਜੀ, ਹੁਣ देखो विद्यार्थियों सानू दिता की होया, सानू दिता होया इत्थे लिख देना मैं QR बटा QS बराबर है QT बटा PR दे। ठीक है जी, ये सानू की है दिता है विद्यार्थियों। ठीक है जी, ये चीज सानू दिती हुई है ते इहदे विच मैं इहनू नंबर 1 पा देना है। 1 तो देखो 1 तो सानू की पता लगता है कि QR बटा QS बराबर है QT बटा, देखो विद्यार्थियों जिथे PR लिखा है ਉਹਦੀ ਜਗ੍ਹਾ मैं की लिख दांगा हुण PQ, क्योंकि दोनों बराबर ने। एक ही आ गया PQ, ਇਹਨੂੰ नंबर 2 पा दांगे। ठीक है, हुण इस चीज ਨੂੰ मैं चित्र ਦੇ ਵਿੱਚ देखदा। इधर देखो विद्यार्थियों QR बटा QS बराबर QT बटा PQ ਤੇ ਆਪਾਂ ਕਿਹੜੀਆਂ ਤ੍ਰਿਭੁਜਾਂ ਦੀ ਗੱਲ ਕਰ ਰਹੇ ਹਾਂ? PQS। देखो विद्यार्थियों P ਇਹਨੂੰ ਧਿਆਨ ਨਾਲ ਥੋੜਾ ਡਾਰਕ ਕੋਡ ਕਰ ਦਿੰਦੇ ਆ। PQS ਆ ਵਾਲੀ ਤ੍ਰਿਭੁਜ ਦੀ ਗੱਲ ਕਰ ਰਹੇ ਹਾਂ ਮੈਂ। ठीक है जी, ਇਸ ਤ੍ਰਿਭੁਜ ਦੀ ਗੱਲ ਕਰ ਰਹੇ ਹਾਂ ਕਿਹਦੇ ਨਾਲ? ਵੱਡੀ ਤ੍ਰਿਭੁਜ ਦੇ ਨਾਲ। ਹੁਣ ਧਿਆਨ ਨਾਲ ਦੇਖੋ QR बटा QS ਵੱਡੀ ਤ੍ਰਿਭੁਜ ਦੀ ਭੁਜਾ ਬਟਾ ਛੋਟੀ ਤ੍ਰਿਭੁਜ ਦੀ ਭੁਜਾ ਤੇ ਵੱਡੀ ਤ੍ਰਿਭੁਜ ਦੀ ਭੁਜਾ ਬਟਾ ਛੋਟੀ ਤ੍ਰਿਭੁਜ ਦੀ ਭੁਜਾ ਤੇ ਇਹਦੇ ਵਿੱਚ ਕੋਣ 1 ਕੋਣ 2 ਦੇ ਬਰਾਬਰ, ਕੋਣ 1 ਅਤੇ ਕੋਣ 1 ਬਰਾਬਰ ਕੋਣ 1 ਦੇ ਇਹ ਸਾਂਝਾ ਕੋਣ ਹੈ। ਕਿਹਨਾਂ ਦਾ ਸਾਂਝਾ ਕੋਣ ਹੈ? ਇਹਨਾਂ ਦੋ ਤ੍ਰਿਭੁਜਾਂ ਦਾ। ਠੀਕ ਹੈ ਜੀ, ਇਹਨਾਂ ਦੋ ਤ੍ਰਿਭੁਜਾਂ ਦਾ ਸਾਂਝਾ ਕੋਣ ਹੈ। ਇਹਨੂੰ ਨੰਬਰ 3 ਕਰ ਦਿੰਦਾ। ਇੱਥੇ ਮੈਂ ਲਿਖਾਂਗਾ 2 ਅਤੇ 3 ਤੋਂ। 2 ਤੇ 3 ਤੋਂ ਮੈਨੂੰ ਕੀ ਪਤਾ ਲੱਗਦਾ ਹੈ? 2 ਤੇ 3 ਤੋਂ ਮੈਨੂੰ ਪਤਾ ਲੱਗਦਾ ਹੈ त्रिभुज PQS समरूप है त्रिभुज TQR ਦੇ ਤੇ ਕਾਰਨ ਹੈ SAS। ਠੀਕ ਹੈ ਵਿਦਿਆਰਥੀਓ, ਇਹਦੇ ਵਿੱਚ ਥੋੜਾ ਜਿਹਾ ਇੱਕ ਛੋਟੀ ਜਿਹੀ ਚੀਜ਼ ਸਮਝਣ ਵਾਲੀ ਹੈ ਕਿ QR ਬਟਾ QS QT ਬਟਾ PR ਸਾਨੂੰ ਦਿੱਤਾ ਹੋਇਆ ਸੀ। ਉੱਪਰ ਮੈਂ ਸਿੱਧ ਕਰ ਦਿੱਤਾ ਕਿ PR ਜਿਹੜਾ ਹੈਗਾ PQ ਦੇ ਬਰਾਬਰ ਹੈ। ਇੱਥੇ ਮੈਂ PR ਦੀ ਜਗ੍ਹਾ ਕੀ ਲਿਖ ਦਿੱਤਾ? PQ ਲਿਖ ਦਿੱਤਾ ਹੈ। ਤੇ ਜੇਕਰ ਮੈਂ PR ਦੀ ਜਗ੍ਹਾ PQ ਲਿਖ ਦਿੱਤਾ ਇਹਦਾ ਮਤਲਬ ਤੇ ਅਤੇ कोण 1 बराबर कोण 1 दे, कोण 1 कोण 1 दे ही बराबर है। 2 ते 3 तो सानू की पता लगता है आ 2 नंबर है, आ 3 नंबर है। सानू की पता लगता है कि आ वाली त्रिभुज छोटी त्रिभुज इस बड़ी त्रिभुज ते समरूप है ते समरूपता का केड़ा नियम फॉलो करती है?
ਭੁਜਾ ਭੁਜਾ ਆ ਦੋ ਭੁਜਾਵਾਂ ਨੇ ਆ ਕੋਣ ਹੈ ਭੁਜਾ ਕੋਣ ਭੁਜਾ ਦੇਖੋ ਇੱਕ ਆ ਭੁਜਾ ਠੀਕ ਹੈ ਜੀ ਦੂਜੀ ਭੁਜਾ ਆ ਹੈ ਫਿਰ ਛੋਟੀ ਤ੍ਰਿਭੁਜ ਦੀ ਭੁਜਾ ਆ ਹੈ ਵੱਡੀ ਤ੍ਰਿਭੁਜ ਦੀ ਭੁਜਾ ਆ ਵੱਡੀ ਵੱਡੀ ਤੇ ਇਹਨਾਂ ਦੋਨਾਂ ਦਾ ਕੋਣ ਜਿਹੜਾ ਹੈਗਾ ਵਿਚਾਲਾ ਕੋਣ ਇਹ ਤਾਂ ਸਾਂਝਾ ਹੀ ਆ ਠੀਕ ਹੈ ਜੀ ਇਸ ਦਾ ਅਰਥ ਹੈ ਭੁਜਾ ਕੋਣ ਭੁਜਾ ਦੇ ਸਮਰੂਪਤਾ ਦੇ ਨਿਯਮ ਦੇ ਨਾਲ ਜਿਹੜਾ ਹੈ ਇਹ ਦੋ ਤ੍ਰਿਭੁਜਾਂ ਆਪਸ ਦੇ ਵਿੱਚ ਕੀ ਹੋ ਜਾਂਦੀਆਂ ਹਨ ਸਮਰੂਪ ਹੋ ਜਾਂਦੀਆਂ ਹਨ ਸੋ ਵਿਦਿਆਰਥੀਓ ਮੈਂ ਉਮੀਦ ਕਰਦਾ ਹਾਂ ਤੁਸੀਂ ਇਸ ਚੀਜ਼ ਨੂੰ ਬੜੇ ਵਧੀਆ ਤਰੀਕੇ ਨਾਲ ਸਮਝਿਆ ਹੋਵੇਗਾ ਆਓ ਵਿਦਿਆਰਥੀਓ ਅਗਲਾ ਪ੍ਰਸ਼ਨ ਜੋ ਹੈ ਉਹ ਮੈਂ ਤੁਹਾਨੂੰ ਹੋਮਵਰਕ ਲਈ ਦਊਂਗਾ ਠੀਕ ਹੈ ਜੀ ਉਹਦਾ ਮੈਂ ਤੁਹਾਨੂੰ ਸਿਰਫ ਹਿੰਟ ਦਵਾਂਗਾ ਹੱਲ ਨਹੀਂ ਕਰਾਂਗਾ ਉਹਨੂੰ ਮੈਂ ਤੁਹਾਨੂੰ ਸਿਰਫ ਹਿੰਟ ਦਵਾਂਗਾ ਤੇ ਤੁਸੀਂ ਉਸ ਨੂੰ ਖੁਦ ਆਪਣੇ ਲੈਵਲ ਦੇ ਉੱਤੇ ਕਰਨ ਦੀ ਕੋਸ਼ਿਸ਼ ਕਰਿਓ ਠੀਕ ਹੈ ਜੀ ਪ੍ਰਸ਼ਨ ਨੰਬਰ 5 ਹੈ ਵਿਦਿਆਰਥੀਓ ਤ੍ਰਿਭੁਜ PQR ਦੀਆਂ ਭੁਜਾਵਾਂ PR ਅਤੇ QR ਉੱਤੇ ਕ੍ਰਮਵਾਰ ਬਿੰਦੂ S ਅਤੇ T ਇਸ ਤਰ੍ਹਾਂ ਸਥਿਤ ਹਨ ਕਿ P बराबर RTS है दिखाओ कि त्रिभुज RPQ समरूप है त्रिभुज RTS ठीक है जी विद्यार्थियों ये ਤੁਹਾਡੀ एक्सरसाइज 6.3 ਦਾ ਪੰਜਵਾਂ ਸਵਾਲ ਹੈ करना ਤੁਸੀਂ ਆਪ है लेकिन लगभग सारा सवाल मैं ਤੁਹਾਨੂੰ ਇੱਥੇ ਸਮਝਾ ਦੇਣਾ ਇਹਨੂੰ ਕਾਪੀਆਂ ਦੇ ਉੱਤੇ ਕ੍ਰਮਵਾਰ ਤਰੀਕੇ ਦੇ ਨਾਲ ਕਰਨਾ ਤੁਸੀਂ ਹੈ ਵਧੀਆ ਤਰੀਕੇ ਦੇ ਨਾਲ ਦੇਖੋ ਕਿਵੇਂ ਸਭ ਤੋਂ ਪਹਿਲਾਂ ਉਹਨੇ ਕਿਹਾ ਤ੍ਰਿਭੁਜ PQR ਹੈ ਆਲੇ ਬਣਾ ਕੇ ਆਪਾਂ ਤ੍ਰਿਭੁਜ ਠੀਕ ਹੈ ਜੀ ਇਹ ਮੈਂ ਬਣਾ ਦਿੱਤੀ PQR ਆਲੇ ਆ ਤ੍ਰਿਭੁਜ ਬਣ ਗਈ ਆਪਣੇ ਕੋਲ ਇਸ ਦੇ ਵਿੱਚ ਉਹਨੇ S ਬਿੰਦੂ ਜਿਹੜਾ ਹੈਗਾ PR ਦੇ ਉੱਤੇ ਹੈ ਆਲੋ ਜੀ ਇਹਨੂੰ ਬਿੰਦੂ S ਲੈ ਲੈਂਦੇ ਆ ਜੀ T ਬਿੰਦੂ ਜਿਹੜਾ ਹੈਗਾ ਉਹ QR ਦੇ ਉੱਤੇ ਹੈ ਠੀਕ ਹੈ ਜੀ ਫਿਰ ਉਹਨੇ ਕਿਹਾ ਕਿ ਕੋਣ P ਬਰਾਬਰ ਹੈ ਕੋਣ RTS यानी कि जोड़ना पड़ेगा ਇਹਦਾ ਮਤਲਬ ਆ ਵਾਲਾ ਕੋਣ ਇਸ ਕੋਣ ਦੇ ਬਰਾਬਰ ਹੈ ਠੀਕ ਹੈ ਜੀ ਚਲੋ ਵਿਦਿਆਰਥੀਓ ਤੁਸੀਂ ਮੈਂ ਤੁਹਾਨੂੰ ਕਿਹਾ ਇਹ ਤੁਸੀਂ ਆਪ ਕਰਨਾ ਹੈ ਮੈਂ ਤੁਹਾਨੂੰ ਸਿਰਫ ਹਿੰਟ ਦੇ ਰਿਹਾ ਲੇਕਿਨ ਹਿੰਟ ਦਿੰਦੇ ਸਵਾਲ ਹੱਲ ਹੋ ਜਾਣਾ ਠੀਕ ਹੈ ਜੀ ਆਪਾਂ ਫਿਰ ਵੀ ਦਵਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਥੋੜਾ ਜਿਹਾ ਦੇਖੋ ਤ੍ਰਿਭੁਜ RTS ਅਤੇ ਤ੍ਰਿਭੁਜ RPQ ਵਿੱਚ ਦੇਖੋ ਆ ਦੋ ਤ੍ਰਿਭੁਜਾਂ ਚੱਕ ਲਈਆਂ RTS ਤੇ RPQ ਇਹਦੇ ਵਿੱਚ ਜਿਹੜਾ ਇੱਕ ਕੋਣ ਉਹਨੇ ਦਿੱਤਾ ਹੋਇਆ ਕੋਣ P ਬਰਾਬਰ ਕੋਣ RTS ਆ ਦਿੱਤਾ ਹੋਇਆ ਠੀਕ ਹੈ ਜੀ ਦਿੱਤਾ ਹੈ ਦੇਖੋ ਆ ਚੀਜ਼ ਤਾਂ ਦਿੱਤੀ ਹੋਈ ਹੈ ਉਹਨੇ ਠੀਕ ਹੈ ਜੀ ਕੋਣ R ਦੇ ਬਰਾਬਰ ਹੈ ਕਿਉਂਕਿ ਇਹ ਦੋਵਾਂ ਦਾ ਸਾਂਝਾ ਕੋਣ ਹੈ ਦੋਨਾਂ ਤ੍ਰਿਭੁਜਾਂ ਕੋਣ R ਬਰਾਬਰ ਕੋਣ R ਦੇ ਹੈ ਠੀਕ ਹੈ ਜੀ ਇਸ ਲਈ ਤ੍ਰਿਭੁਜ RTS ਸਮਰੂਪ ਹੈ ਤ੍ਰਿਭੁਜ RPQ ਦੇ ਤੇ ਨਿਯਮ ਹੈ ਕੋਣ ਠੀਕ ਹੈ ਵਿਦਿਆਰਥੀਓ ਸੋ ਸਵਾਲ ਨੂੰ ਮੈਂ ਚਾਹਤਾ ਦੱਸਗਾ ਤੁਸੀਂ ਆਪ ਹੱਲ ਕਰੋ ਲੇਕਿਨ ਸਵਾਲ ਜਿਹੜਾ ਹੈ ਉਹ ਇੰਨਾ ਸੌਖਾ ਸੀ ਚਲੋ ਇਸ ਦੇ ਨਾਲ ਦਾ ਜਿਹੜਾ ਅਗਲਾ ਸਵਾਲ ਹੈ ਆਪਣੀ ਐਕਸਰਸਾਈਜ਼ ਦੇ ਵਿੱਚ ਵੀ ਬੁੱਕ ਦੇ ਵਿੱਚ ਦੇਖਿਓ 6.3 ਦਾ ਜਿਹੜਾ 6th ਸਮ ਹੈ ਉਹ ਤੁਸੀਂ ਆਪ ਟਰਾਈ ਕਰਿਓ ਤੇ ਮੈਂ ਆਪਣੇ ਅਗਲੇ ਲੈਕਚਰ ਦੇ ਵਿੱਚ ਤੁਹਾਨੂੰ ਉਸ ਸਵਾਲ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਇਸ ਸਵਾਲ ਦੇ ਵਿੱਚ ਮੈਂ ਫਿਰ ਇੱਕ ਵਾਰ ਦੱਸ ਦਵਾਂ ਆ ਛੋਟੀ ਤ੍ਰਿਭੁਜ ਸੀ ਆ ਆਪਣੇ ਕੋਲ ਵੱਡੀ ਤ੍ਰਿਭੁਜ ਸੀ ਆ ਇੱਕ ਕੋਣ ਬਰਾਬਰ ਉਹਨੇ ਦਿੱਤਾ ਹੋਇਆ ਸਾਨੂੰ दूसरा कोण साझा है तो दो ही कोण सानू चाहिए हैं त्रिभुजां नूं समरूप करन दे लई आ छोटी त्रिभुज दे देखो छोटी त्रिभुज दा आ वाला कोण ते आ वाला कोण ते वड्डी त्रिभुज दा आ ते आ कोण ये बराबर हैं इस करके जिहड़ा है वो साडे कोल की आ गया दोवें त्रिभुजां आपस दे कोल की बन गईयां समरूप बन गईयां ते कोण जिहड़ा नियम है समरूपता दा किहड़ा लग्या कोण समरूपता दा नियम लग्या सो विद्यार्थियों मैं उम्मीद करता हां तुहानूं ये लेक्चर वधिया लग्या होवेगा ते समझ भी आया होवेगा बाकी दे सवाल आपां अपने अगले लेक्चर दे विच करांगे तब तक धन्नवाद।